ਪੰਜਾਬ ਦੇ ਵਿੱਚ ਹੁਣ ਵਿਰੋਧੀ ਧਿਰ ਹੈ ਜਿਹੜਾ ਉਹ ਮਾਨ ਸਰਕਾਰ ਦੇ ਉੱਤੇ ਕਾਫੀ ਹਮਲਾਵਰ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਵਿਰੋਧੀਆਂ ਦਾ ਕਹਿਣਾ ਹੈ ਕਿ ਦੂਜੇ ਪਾਸੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਓ ਤਾਂ ਸਹੀ, ਸਿਰਫ ਐਲਾਨ ਕਰਨ ਨਾਲ ਕੁਝ ਨਹੀਂ ਹੋਏਗਾ। ਹਾਲ ਹੀ ਦੀ ਜੇਕਰ ਗੱਲ ਕਰ ਲਈ ਜਾਏ ਤਾਂ ਜਿੱਥੇ 600 ਯੂਨਿਟ ਮੁਫਤ ਬਿਜਲੀ ਦੀ ਗੱਲ ਮਾਨ ਸਰਕਾਰ ਨੇ ਕੀਤੀ ਹੈ ਜਾਂ ਫਿਰ ਉਸ ਤੋਂ ਇਲਾਵਾ ਜਿਹੜੀ ਪਿਛਲੀ ਸਰਕਾਰ ਕਹਿੰਦੇ ਘਾਟਾ ਛੱਡ ਗਈ ਸੀ, ਇਹਦਾ ਵੀ ਇੱਕ ਗ੍ਰਾਫਿਕ ਹੈ ਜਿਹੜਾ ਮਾਨ ਸਰਕਾਰ ਨੇ ਜ਼ਾਹਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਉਸ ਦੀ ਜਾਂਚ ਕਰਾਵਾਂਗੇ। ਇਸ ਬਾਰੇ ਬੀਜੇਪੀ ਦਾ ਕੀ ਕਹਿਣਾ ਹੈ, ਸਾਡੇ ਨਾਲ ਬੀਜੇਪੀ ਆਗੂ ਹਰਜੀਤ ਗਰੇਵਾਲ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਗਰੇਵਾਲ ਸਾਹਿਬ, ਜਿਹੜੇ 3 ਲੱਖ ਕਰੋੜ ਦਾ ਕਰਜ਼ਾ ਦੱਸਦੇ ਪਏ ਹੈ ਕਿ ਪਿਛਲੀ ਸਰਕਾਰ ਛੱਡ ਗਈ, ਉਹ ਕਹਿੰਦੇ ਅਸੀਂ ਜਾਂਚ ਕਰਾਵਾਂਗੇ, ਮਾਨ ਸਰਕਾਰ ਕਹਿ ਰਹੀ ਹੈ। ਦੇਖੋ, ਜੇ ਤਾਂ ਇਮਾਨਦਾਰੀ ਨਾਲ ਜਾਂਚ ਹੋਵੇ ਮੈਂ ਉਹਦੇ ਹੱਕ 'ਚ, ਔਰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਇਹ ਠੀਕ ਆ ਕਿ ਪੰਜਾਬ ਤਾਂ ਸਾਰੇ ਦੇਸ਼ ਦੇ ਅੰਦਰ ਪਹਿਲੇ ਨੰਬਰ 'ਤੇ ਸੀ, ਇੱਥੋਂ ਦੇ ਲੋਕ ਖੁਸ਼ਹਾਲ ਸੀ, ਸੁਖੀ ਸੀ। ਅੱਜ ਸਾਡੇ ਬੱਚੇ ਜਿਹੜੇ ਆ ਉਹ 10+2 ਕਰਕੇ ਆਈਲੈਟਸ ਕਰਦੇ ਆ ਔਰ ਵਿਦੇਸ਼ਾਂ 'ਚ ਜਾ ਕੇ ਕੋਈ ਟਰੱਕ ਚਲਾਉਂਦਾ, ਕੋਈ ਮਜ਼ਦੂਰੀ ਕਰਦਾ। ਠੀਕ ਆ, ਬਹੁਤ ਲੋਕਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਆਪਣੀ ਮਿਹਨਤ ਨਾਲ, ਪਰ ਉਹ ਜਿਹੜਾ ਮਾਂ ਪਿਓ, ਜਿਹੜੀ ਮਾਂ, ਜਿਹੜੀ ਭੈਣ ਆਪਦੇ ਭਰਾ ਨੂੰ ਬਾਹਰ ਭੇਜਦੇ ਆ ਔਰ ਬੱਚੀਆਂ ਵੀ ਜਾਂਦੀਆਂ ਨੇ ਉੱਥੇ ਜਾ ਕੇ ਧੱਕੇ ਖਾਂਦੇ ਆ, ਉਹ ਤਾਂ ਉਹ ਮਾਂ ਪਿਓ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੇ ਦਿਲ 'ਤੇ ਕੀ ਗੁਜ਼ਰਦੀ ਆ। ਉਹ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ, ਇਹਨਾਂ ਕੋਲ ਤਾਂ ਕਰੋੜਾਂ ਅਰਬਾਂ ਰੁਪਇਆ ਹੋ ਜਾਂਦਾ। ਜਿਹੜੇ ਐਮਐਲਏ ਬਣਦੇ ਆ, ਮੈਂ ਪਿਛਲੀ ਸਰਕਾਰ 'ਚ ਵੀ ਦੇਖੇ, ਪਿਛਲੀ ਤੋਂ ਪਿਛਲੀ ਸਾਡੀ ਜਿਹਦੇ 'ਚ ਅਸੀਂ ਵੀ ਸੀਗੇ, ਦੇਖੇ ਕਿ ਉਹਨਾਂ ਕੋਲ ਰਹਿਣ ਨੂੰ ਵੀ ਮਕਾਨ ਨਹੀਂ ਹੁੰਦਾ, ਕਈ ਵਾਰ ਵਿਧਾਇਕ ਬਣ ਜਾਂਦੇ ਆ। ਉਸ ਤੋਂ ਬਾਅਦ ਇਹ ਨਹੀਂ ਪਤਾ ਚੱਲਦਾ ਕਿ ਇਹਨਾਂ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ। ਫਿਰ ਡਿਸਟ੍ਰਿਕਟ ਹੈੱਡਕੁਆਟਰ 'ਤੇ ਵੀ ਕੋਠੀ ਹੋ ਜਾਂਦੀ ਆ, ਫਿਰ ਜਾ ਕੇ ਚੰਡੀਗੜ੍ਹ 'ਚ ਵੀ ਕੋਠੀ ਹੁੰਦੀ ਹੈ, ਅਤੇ ਬਾਕੀ ਵੀ ਬਹੁਤ ਕੁਛ ਹੋ ਜਾਂਦਾ। ਚਲੋ, ਮਿਹਨਤ ਨਾਲ ਬਣੇ, ਮੈਂ ਕੋਈ ਕਿਸੇ ਦੇ ਖਿਲਾਫ ਨਹੀਂ ਹੈਗਾ, ਪੈਸਾ ਕਮਾਉਣਾ ਚਾਹੀਦਾ, ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਜਨਤਾ ਨੂੰ ਲੁੱਟ ਲਓ ਔਰ ਸਾਡੇ ਜਿਹੜਾ ਪੰਜਾਬ ਭਿਖਾਰੀ ਹੋ ਜੇ। ਜਦੋਂ ਰਾਜਾ ਵਪਾਰੀ ਹੁੰਦਾ ਤਾਂ ਜਨਤਾ ਭਿਖਾਰੀ ਹੁੰਦੀ ਹੈ, ਉਹ ਤੁਸੀਂ ਦੇਖਿਆ ਹੀ ਆ। ਅਤੇ ਮੈਂ ਕਿਸੇ ਦੇ ਰਿਜ਼ੋਰਟ ਕਿੰਨੇ ਬਣ ਗਏ ਜਾਂ ਇਹ ਕਿੰਨੇ ਬਣ ਗਏ, ਮੈਂ ਇਹਨਾਂ ਗੱਲਾਂ 'ਚ ਨਹੀਂ ਜਾਂਦਾ। ਮੈਂ ਭਗਵੰਤ ਸਿੰਘ ਮਾਨ ਨੂੰ ਕਹਿਣਾ ਕਿ ਵੀ ਨਿਰਪੱਖਤਾ ਨਾਲ ਜਾਂਚ ਕਰਾਓ, ਤੁਹਾਡਾ ਨਾਂ ਰਹਿੰਦੀ ਦੁਨੀਆ ਤੱਕ ਰਹੂਗਾ। ਉਹਨਾਂ ਲੋਕਾਂ ਨੂੰ ਸਜ਼ਾ ਦਿਓ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ, ਜਿਨ੍ਹਾਂ ਨੇ ਪੰਜਾਬ ਨੂੰ ਕੰਗਾਲ ਕੀਤਾ ਔਰ ਇਸ ਕਿਨਾਰੇ 'ਤੇ ਲਿਆਤਾ ਕਿ ਅੱਜ ਪੰਜਾਬ ਦੀ ਦੁਰਦਸ਼ਾ ਹੋ ਗਈ ਹੈ ਬਹੁਤ ਬੁਰੀ। ਔਰ ਨਹੀਂ ਤਾਂ ਪੰਜਾਬੀਆਂ ਦੀ ਬਹੁਤ ਸ਼ਾਨ ਸੀ, ਔਰ ਅੱਜ ਪੰਜਾਬ 'ਚ ਹੀ ਪੰਜਾਬ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਬੁਰੀ ਹਾਲਤ 'ਚ ਆ, ਔਰ ਲੋਕ ਸੁਸਾਈਡ ਕਮਿਟ ਕਰ ਰਹੇ ਆ, ਵਪਾਰੀ ਵੀ ਕਰ ਰਹੇ ਆ, ਕਿਸਾਨ ਵੀ ਕਰ ਰਿਹਾ, ਬਾਕੀ ਸਾਰੇ ਵਰਗਾਂ 'ਚ ਵੀ ਮਜ਼ਦੂਰ ਵੀ ਕਰ ਰਿਹਾ, ਅਤੇ ਉਹ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਆ। ਪਰ ਇਹ ਜਾਂਚ ਜਿਹੜੀ ਆ ਇਹ ਨਿਰਪੱਖਤਾ ਨਾਲ ਹੋਵੇ ਔਰ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ, ਲੋਕਾਂ ਦੇ ਸਾਹਮਣੇ ਆਉਣ ਜਿਨ੍ਹਾਂ ਨੇ ਇਹ ਪੰਜਾਬ ਨੂੰ ਲੁੱਟਿਆ ਔਰ ਇੰਨਾ ਕਰਜ਼ਾਈ ਕੀਤਾ। ਗਰੇਵਾਲ ਸਾਹਿਬ, ਉੱਥੇ ਅਗਰ ਬਿਜਲੀ ਯੂਨਿਟਸ ਦੀ ਗੱਲ ਕਰ ਲਈ ਜਾਏ ਤਾਂ 1 ਜੁਲਾਈ ਤੋਂ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ 600 ਯੂਨਿਟ ਜਿਹੜੇ 2 ਮਹੀਨੇ ਦੇ ਹਿਸਾਬ ਨਾਲ ਫ੍ਰੀ ਦੇ ਦਾਂਗੇ, ਪਰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਫੈਸਲੇ ਨੂੰ? ਕਿਉਂਕਿ ਜਨਰਲ ਕੈਟੇਗਰੀ ਦੀ ਜਿੱਥੇ ਤੱਕ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਲਈ ਜਿਹੜਾ ਇਹ ਫੈਸਲਾ ਹੈਗਾ ਥੋੜ੍ਹਾ ਹੋਰ ਤਰੀਕੇ ਨਾਲ ਐਪਲੀਕੇਬਲ ਹੁੰਦਾ। ਦੇਖੋ, ਮੈਂ ਤਾਂ ਇੱਕੋ ਗੱਲ ਕਹਿਣਾ ਕਿ ਜਿਹੜਾ ਜਨਤਾ ਨਾਲ ਵਿਵਹਾਰ ਕਰਨਾ ਚਾਹੀਦਾ ਨਾ, ਉਹ ਵਿਦਆਊਟ ਐਨੀ ਡਿਸਟਿੰਕਸ਼ਨ ਆਫ ਕਾਸਟ, ਕ੍ਰੀਡ ਐਂਡ ਰਿਲੀਜਨ ਹੋਣਾ ਚਾਹੀਦਾ। ਇਹ ਜਿਸ ਤਰ੍ਹਾਂ ਨਾਲ ਜਾਤਾਂ 'ਚ, ਧਰਮਾਂ 'ਚ, ਵਰਗਾਂ 'ਚ ਵੰਡਦੇ ਆ, 2 ਹੀ ਜਾਤਾਂ ਨੇ ਸਮਾਜ ਦੇ ਅੰਦਰ, ਇੱਕ ਗਰੀਬ ਆ, ਇੱਕ ਅਮੀਰ ਆ, ਇੱਕ ਲੁੱਟਣ ਵਾਲੇ ਆ, ਇੱਕ ਲੁੱਟੇ ਜਾਣ ਵਾਲੇ ਆ, ਇੱਕ ਕੁੱਟਣ ਵਾਲੇ ਆ, ਇੱਕ ਕੁੱਟ ਖਾਣ ਵਾਲੇ ਆ, ਅਤੇ ਉਹਨਾਂ 'ਚੋਂ ਜਿਹੜੇ ਗਰੀਬ ਨੇ ਉਹਨਾਂ ਦੀ ਮਦਦ ਹੋਣੀ ਚਾਹੀਦੀ ਆ। ਮੈਂ ਤਾਂ ਇਹ ਕਹੂੰਗਾ, ਇੱਕ ਮਲਕ ਭਾਗੋ ਨੇ, ਇੱਕ ਭਾਈ ਲਾਲੋ ਨੇ, ਅਤੇ ਇਸ ਕਰਕੇ ਉਹ ਭਾਈ ਲਾਲੋਆਂ ਦੀ ਮਦਦ ਹੋਣੀ ਚਾਹੀਦੀ ਆ, ਬਾਕੀਆਂ ਦੀ ਨਹੀਂ ਹੋਣੀ ਚਾਹੀਦੀ। ਜੇ ਜਨਰਲ ਕੈਟਾਗਰੀ ਦੀ ਗੱਲ ਕਰੀਏ, ਗਰੀਬ ਤਾਂ ਉਹਦੇ 'ਚ ਬਹੁਤ ਜ਼ਿਆਦਾ ਨੇ, ਬ੍ਰਾਹਮਣ ਵੀ ਗਰੀਬ ਹੋ ਸਕਦਾ, ਜੱਟ ਵੀ ਬਹੁਤ ਗਰੀਬ ਨੇ। ਉਹ ਸੁਸਾਈਡ ਕਿਉਂ ਕਰਦੇ ਨੇ? ਮਾਨ ਸਾਹਿਬ ਨੂੰ ਮੈਂ ਕਹੂੰਗਾ, ਉਹਨਾਂ ਫੈਮਲੀਆਂ ਦਾ ਮੈਂ ਸਰਵੇ ਕੀਤਾ, ਇੱਕ ਦੇਸ਼ ਦੇ 2 ਦੇਸ਼ ਨੇ, ਪੰਜਾਬ 'ਚ ਜਾ ਕੇ ਦੇਖੋ, ਉਹਨਾਂ ਨਾਲ ਆਸ-ਪਾਸ ਦੇ ਘਰਾਂ ਵਾਲੇ ਵੀ ਕੋਈ ਵਿਵਹਾਰ ਨਹੀਂ ਰੱਖਦੇ। ਆਹ ਜਿਹੜੇ ਕਿਸਾਨ ਲੀਡਰ ਨੇ, ਉਹਨਾਂ ਕਿਸਾਨ ਪਰਿਵਾਰਾਂ ਨਾਲ ਕੋਈ ਨਹੀਂ ਵਿਵਹਾਰ ਰੱਖਦਾ। ਇਹਨਾਂ ਨੇ ਵੀ ਸੰਪੰਨ ਕਿਸਾਨ ਪਰਿਵਾਰ ਹੀ ਜੋੜੇ ਹੋਏ ਆ। ਮੈਂ ਸਰਵੇ ਕੀਤਾ 120 ਪਰਿਵਾਰਾਂ 'ਚ ਜਾ ਕੇ, ਔਰ ਹਿਮਾਚਲ ਯੂਨੀਵਰਸਿਟੀ ਜਿਹੜੀ ਧਰਮਸ਼ਾਲਾ ਸੈਂਟਰਲ ਯੂਨੀਵਰਸਿਟੀ, ਉਹਦੇ 'ਤੇ ਉਹ ਸ਼ੋਧ ਕਰ ਰਹੇ ਆ, ਕੰਮ ਕਰ ਰਹੇ ਆ, ਜਿਹੜਾ ਅਸੀਂ ਸਰਵੇ ਕੀਤਾ ਸੀ ਅਤੇ ਬੀਜੇਪੀ ਨੇ ਕਰਵਾਇਆ ਸੀ ਉਸ ਵੇਲੇ, ਅੱਜ ਤੋਂ 7 ਸਾਲ ਪਹਿਲਾਂ। ਅਤੇ ਇਸ ਕਰਕੇ ਮੈਂ ਮਾਨ ਸਾਹਿਬ ਨੂੰ ਕਹੂੰਗਾ ਕਿ ਉਹਨਾਂ ਦੀ ਹਾਲਤ ਦੇਖਣ ਔਰ ਉਹਨਾਂ ਨੂੰ ਵੀ ਇਹਦੇ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ। ਜੇ ਉਹ ਜੱਟ ਜ਼ਿਮੀਂਦਾਰ ਨੇ, ਉਹ ਵੀ ਗਰੀਬ ਨੇ ਬਹੁਤ ਜ਼ਿਆਦਾ, ਅਤੇ ਬਾਕੀ ਵੀ ਗਰੀਬ ਨੇ, ਉਹਨਾਂ ਦੇ ਗਰੀਬਾਂ ਦੀ ਕੈਟਾਗਰੀ ਸਾਰਿਆਂ ਨੂੰ ਲਿਆ ਜਾਣਾ ਚਾਹੀਦਾ ਔਰ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੋਣਾ ਚਾਹੀਦਾ, ਉਹਨਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ। ਅਤੇ ਜੇ ਮਾਨ ਸਾਹਿਬ ਇਹ ਕਰ ਰਹੇ ਤਾਂ ਮੈਂ ਕਹੂੰਗਾ ਅੱਛੀ ਗੱਲ ਹੈ, ਕਰਨਾ ਚਾਹੀਦਾ। ਕੈਬਨਿਟ ਮੰਤਰੀ ਜਿਹੜੇ ਹੈਗੇ ਨੇ ਹਰਭਜਨ ਈਟੀਓ, ਉਹਨਾਂ ਦਾ ਕਹਿਣਾ ਹੈ ਕਿ ਜੇਕਰ 600 ਯੂਨਿਟ ਤੋਂ ਜ਼ਿਆਦਾ ਅਗਰ ਉਹ ਬਾਲ ਸਕਦੇ ਨੇ ਤਾਂ ਉਹ ਪੈਸਾ ਵੀ ਭਰ ਸਕਦੇ ਨੇ। ਇਹ ਉਹਨਾਂ ਦੇ ਸੋਚਣ ਦੀਆਂ ਗੱਲਾਂ ਨੇ, ਉਹ ਮੰਤਰੀ ਬਣ ਗਏ ਨਾ ਔਰ ਈਟੀਓ ਵੀ ਰਹੇ ਨੇ, ਠੀਕ ਹੈ ਨਾ ਗੱਲ।
ਇਹ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਆ ਤੇ ਮੈਂ ਉਹਨਾਂ ਦੀ ਸੋਚ ਤੇ ਕੋਈ ਕਮੈਂਟਸ ਵੀ ਨਹੀਂ ਕਰਾਂਗਾ। ਜਨਤਾ ਹੀ ਸਾਰਾ ਕੁਝ ਸੁਣਦੀ ਆ। ਉਹਨਾਂ ਨੂੰ ਕਹੋ ਥੋੜਾ ਮੰਤਰੀ ਥੋੜੇ ਦਿਨ ਹੀ ਹੁੰਦਾ, ਫਿਰ ਸੰਭਲ ਕੇ ਬੋਲਣ। ਨਾਲੇ ਕੇਜਰੀਵਾਲ ਦਾ ਤਾਂ ਇਹ ਨਹੀਂ ਪਤਾ ਕਦੋਂ ਇਹਨਾਂ ਨੂੰ ਘਰ ਬਿਠਾ ਦੇਣਗੇ। ਉਹ ਤਾਂ ਨਾ ਖਾਤਾ ਨਾ ਵਹੀ, ਜੋ ਕੇਜਰੀਵਾਲ ਕਹੇ ਉਹ ਸਹੀ। ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ। ਹਾਂ, ਹੁਣ ਬੜੇ ਇਹਨਾਂ ਦੇ ਧੁਰੰਦਰ ਲੀਡਰ ਨੇ ਜਿਹੜੇ ਸਾਡੇ, ਉਹ ਬੀਬੀ ਬਲਜਿੰਦਰ ਕੌਰ ਆ ਤੇ ਇੱਕ ਹੋਰ ਬੀਬੀ ਆ ਸਾਡੀ, ਤੇ ਉਹ ਸਾਰੇ ਸੀਨੀਅਰ ਲੀਡਰ ਨੇ ਇਹਨਾਂ ਦੇ। ਅਤੇ ਆਪਣਾ ਸੁਨਾਮ ਤੋਂ ਸਾਡੇ MLA, ਠੀਕ ਹੈ, ਉਹ ਸਾਰਿਆਂ ਨੂੰ ਘਰ ਹੀ ਬਿਠਾਤਾ ਇਹਨਾਂ ਨੇ। ਔਰ ਕਿਸੇ ਕੋਲ ਕੋਈ ਤਾਕਤ ਨਹੀਂ ਹੈ, ਕੋਈ ਆਪਣੀ ਗੱਲ ਨਹੀਂ ਰੱਖ ਸਕਦਾ। ਉਹ ਕਿਹੜੀ ਪਾਰਟੀ ਹੋਈ? ਇਹ ਤਾਂ ਡਿਕਟੇਟਰਾਂ ਦਾ ਕੰਮ ਆ ਕੇਜਰੀਵਾਲ ਦਾ। ਔਰ ਥੋੜ੍ਹੇ ਦਿਨਾਂ ਬਾਅਦ ਭਗਵੰਤ ਮਾਨ ਜੀ ਨੂੰ ਦਿਖਾ ਦੂੰਗਾ, ਉਹਨਾਂ ਦਾ ਸਿਆਪਾ ਕਰਦੇ ਦੇਖ ਲੈਣਾ। ਪਰ ਪਰਮਾਤਮਾ ਚਲੋ ਠੀਕ ਰੱਖੇ, ਅਜੇ ਕਿਉਂ ਕਮੈਂਟਸ ਕਰਨੇ ਆ। ਠੀਕ ਹੈ। ਹਾਂ, ਤੇ UK ਤੋਂ ਜਿਹੜੇ MP ਆਏ ਹੋਏ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੂੰ ਲੈ ਕੇ BJP ਨੇ ਬੜਾ ਰੋਲਾ ਪਾਇਆ ਹੋਇਆ। ਉਹ ਕਹਿੰਦੇ ਨੇ ਕਿ ਮਾਨ ਸਾਹਿਬ ਦੇ ਨਾਲ ਕਿਉਂ ਫੋਟੋਆਂ ਕਰਵਾ ਲਈਆਂ। ਫੋਟੋ ਤਾਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਵਾਇਰਲ ਹੋ ਰਹੀ ਹੈ। ਗੱਲ ਐ ਆ, ਸਾਡੇ ਲੀਡਰਾਂ ਨਾਲ ਉਦੋਂ ਫੋਟੋ ਹੋਈਆਂ ਨੇ, ਵਿਜੇ ਸਾਂਪਲਾ ਜੀ ਨਾਲ ਵੀ ਆ, ਸੋਮ ਪ੍ਰਕਾਸ਼ ਜੀ ਨਾਲ ਵੀ ਆ, ਪੁਰੀ ਸਾਹਿਬ ਨਾਲ ਵੀ ਆ। ਉਹ ਉਦੋਂ ਹੋਈਆਂ ਨੇ ਜਦੋਂ ਇਹ ਦਰੁਸਤ ਸੀਗੇ ਥੋੜ੍ਹੇ। ਔਰ ਇਹ ਪਿਛਲੇ 3 ਸਾਲ ਦੇ ਪੀਰੀਅਡ 'ਚ ਇਹਨਾਂ ਨੇ ਉੱਥੇ ਪ੍ਰੋ ਖਾਲਿਸਤਾਨੀ ਰਹੇ ਨੇ ਔਰ ਐਂਟੀ ਇੰਡੀਆ ਕੰਪੇਨ ਦੇ ਪ੍ਰਮੁੱਖ ਰਹੇ ਨੇ। ਔਰ ਕੰਟਰੀ ਦੇ ਅੰਦਰ ਇਹ ਕਹਿੰਦੇ ਆ ਕਿ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਅਤੇ ਮੈਨੂੰ ਤਾਂ ਸਮਝ ਨਹੀਂ ਆਉਂਦਾ, ਮੈਂ ਖੁਦ ਸਿੱਖ ਹਾਂ, ਔਰ ਕਿੱਥੇ ਵਾਇਲੇਸ਼ਨ ਹੋ ਰਹੀ ਹੈ, ਕਿੱਥੇ ਸਾਡਾ ਕਤਲੇਆਮ ਹੋ ਰਿਹਾ, ਇੱਥੇ ਮੈਨੂੰ ਤਾਂ ਦਿਖਾਈ ਨਹੀਂ ਦਿੱਤਾ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਸ ਮੁਲਕ ਦਾ ਰਾਸ਼ਟਰਪਤੀ ਸਿੱਖ ਰਿਹਾ, ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ, ਪਰ ਕਿਸੇ ਨੇ ਵੀ 84 ਦੀ ਨਸਲਕੁਸ਼ੀ ਦਾ ਸਜ਼ਾ ਨਹੀਂ ਦਿੱਤੀ। ਨਰਿੰਦਰ ਮੋਦੀ ਐਸੇ ਪ੍ਰਧਾਨ ਮੰਤਰੀ ਆਏ, ਆਉਂਦਿਆਂ ਨਹੀਂ ਪਹਿਲਾਂ ਸਜ਼ਾ ਦਿਲਵਾਈ ਹੈ। ਔਰ ਉਸ ਤੋਂ ਬਾਅਦ ਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ, ਉਹਨਾਂ ਦਾ ਸਤਿਕਾਰ ਅਤੇ ਸਨਮਾਨ ਕਰਨਾ ਪੂਰੇ ਦੇਸ਼ 'ਚ ਹੋਵੇ, ਦੇਸ਼ ਦੇ ਲੋਕ ਜਾਣਨ, ਕਿਤਾਬਾਂ 'ਚ ਪੜ੍ਹਨ। ਇਹ ਪਹਿਲਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਔਰ ਉਹਨਾਂ ਦੀ ਸਰਕਾਰ, ਜਿਹਨੇ ਇਹ ਚਿੰਤਾ ਕੀਤੀ। ਜੇ ਤੁਸੀਂ ਆਪਣੇ ਮਹਾਂਪੁਰਸ਼ਾਂ ਦਾ, ਆਪਣੇ ਸ਼ਹੀਦਾਂ ਦਾ, ਜਿਨ੍ਹਾਂ ਨੇ ਕੌਮ ਦੇ ਲਈ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਦਾ ਸਤਿਕਾਰ ਅਤੇ ਸਨਮਾਨ ਨਹੀਂ ਕਰੋਗੇ, ਨਾ ਉਹਨਾਂ 'ਤੇ ਗੌਰਵ ਨਹੀਂ ਕਰੋਗੇ, ਨਾ ਤਾਂ ਉਹ ਕੌਮ ਮਹਾਨ ਹੋਇਆ ਕਰਦੀ ਹੈ, ਨਾ ਉਹ ਵਿਅਕਤੀ ਮਹਾਨ ਹੋਇਆ ਕਰਦਾ, ਨਾ ਉਹ ਦੇਸ਼ ਮਹਾਨ ਹੋਇਆ ਕਰਦਾ। ਨਰਿੰਦਰ ਮੋਦੀ ਨੇ ਉਹ ਕੰਮ ਸਭ ਤੋਂ ਪਹਿਲਾਂ ਕੀਤਾ। ਔਰ ਇੱਕ ਇਤਿਹਾਸਕਾਰ ਨੇ ਲਿਖਿਆ, ਮੈਂ ਥੋੜਾ ਹੋਰ ਟਾਈਮ ਲਊਂਗਾ, ਉਹਨਾਂ ਨੇ ਕਿਹਾ ਕਿ ਅੱਜ ਤੋਂ 100 ਸਾਲ ਬਾਅਦ ਜੇ ਨਾ ਯਾਦ ਕਰਦੇ ਇਹ, ਨਾ ਇਹ ਭਾਰਤ ਸਰਕਾਰ ਉਪਰਾਲਾ ਕਰਦੀ, 100 ਸਾਲ ਬਾਅਦ ਲੋਕਾਂ ਨੇ ਇਹ ਕਿਹਾ ਕਰਨਾ ਸੀ, ਜਦੋਂ ਉਹਨਾਂ ਨੂੰ ਦੱਸਦੇ ਕਿ ਇਸ ਤਰ੍ਹਾਂ ਵੀ ਸ਼ਹਾਦਤ ਦਿੱਤੀ ਸੀ, ਛੋਟੇ ਛੋਟੇ ਬੱਚਿਆਂ ਨੇ ਦਿੱਤੀ ਸੀ, ਅਤੇ ਉਹਨਾਂ ਨੇ ਇਹ ਕਹਿਣਾ ਸੀ ਕਿ ਇਹ ਇੱਕ ਕਾਲਪਨਿਕ ਕਹਾਣੀ ਹੈ। ਇੱਥੋਂ ਤੱਕ ਸਾਡੀ ਕੌਮ ਜਾ ਰਹੀ ਸੀ ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਧਿਆਨ ਨਹੀਂ ਹੈ ਔਰ ਬਾਕੀਆਂ ਨੂੰ ਵੀ ਧਿਆਨ ਨਹੀਂ ਹੈ, ਤਾਂ ਆਲੋਚਨਾ 'ਚ ਲੱਗੇ ਰਹਿੰਦੇ, ਇੱਕੋ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲੱਗੇ ਰਹਿੰਦੇ ਆ। ਇਹਨਾਂ ਤੋਂ ਪੰਜਾਬ ਦਾ ਛੁਟਕਾਰਾ ਕਰਾਉਣਾ, ਇਹਨਾਂ ਤੋਂ ਗੁਰਧਾਮਾਂ ਦਾ ਛੁਟਕਾਰਾ ਕਰਾਉਣਾ, ਇਹਨਾਂ ਤੋਂ ਧਰਮ ਦਾ ਛੁਟਕਾਰਾ ਕਰਾਉਣਾ ਬਹੁਤ ਜ਼ਰੂਰੀ ਹੈ। ਔਰ ਦੂਸਰਾ, ਅੱਜ ਲੰਗਰ ਤੇ GST ਸੀ, ਕਿਹਨੇ ਖਤਮ ਕੀਤੀ? ਨਰਿੰਦਰ ਮੋਦੀ ਨੇ। ਔਰ ਬਾਕੀ ਵੀ ਜਿਹੜਾ ਸੀਗਾ, ਇਹ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਸੀ, ਪਹਿਲਾਂ ਤਾਂ ਉਹਦਾ ਨਿਰਮਾਣ ਕਰਵਾਇਆ, 70 ਸਾਲਾਂ ਦੀਆਂ ਅਰਦਾਸਾਂ ਨੂੰ ਬੂਰ ਪਾਇਆ। ਉਸ ਤੋਂ ਬਾਅਦ ਕੋਵਿਡ ਵੀ ਮਹਾਮਾਰੀ ਤੋਂ ਸੁਰੱਖਿਅਤ ਕਰਕੇ ਦੁਬਾਰਾ ਉਹ ਖੋਲ੍ਹਿਆ। ਅਤੇ ਉਸ ਪ੍ਰਧਾਨ ਮੰਤਰੀ ਦੀ ਤੁਸੀਂ ਆਲੋਚਨਾ ਕਰਦੇ ਹੋ, ਉਸ ਦੇਸ਼ ਦੀ ਸਰਕਾਰ ਦੀ ਆਲੋਚਨਾ ਕਰਦੇ ਹੋ, ਉਸ ਭਾਰਤ ਦੀ ਆਲੋਚਨਾ ਕਰਦੇ ਹੋ। ਅਤੇ ਭਾਰਤ ਦੇ ਜਿਹੜਾ ਹੈਗਾ ਇਹਦੇ ਨਾਲ ਸੰਬੰਧ ਆ ਉਹਨਾਂ ਦਾ, ਇੱਥੋਂ ਦੇ ਮੂਲ ਨਿਵਾਸੀ ਰਹੇ ਆ, ਅਤੇ ਉੱਥੇ ਜਾ ਕੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ। ਉਹੋ ਜਿਹੇ ਇਨਸਾਨ ਨੂੰ ਤਾਂ ਮਿਲਣਾ ਕਿ ਉਹਦੀ ਸ਼ਕਲ ਵੀ ਨਹੀਂ ਦੇਖਣੀ ਚਾਹੀਦੀ। ਅਤੇ ਇਸ ਕਰਕੇ ਮੈਂ ਕਹਿੰਦਾ, ਔਰ ਮੇਰੇ ਸਾਹਮਣੇ ਬਿਠਾ ਕੇ ਮੈਂ UK ਜਾਂਦਾ ਰਹਿਣਾ, ਮੇਰਾ ਵੀ ਘਰ ਆ ਉੱਥੇ, ਅਤੇ ਮੇਰੇ ਸਾਹਮਣੇ ਬਿਠਾ ਕੇ ਗੱਲ ਕਰਵਾ ਲਓ, ਮੈਂ ਉਹਨਾਂ ਨੂੰ ਇੱਕ ਵੀ ਜਵਾਬ ਨਹੀਂ ਆਉਣਾ ਕਿ ਉਹ ਕੀ ਉੱਥੇ ਕਰਦੇ ਰਹੇ ਆ। ਔਰ ਉਹ ਡੈਮੋਨਸਟ੍ਰੇਸ਼ਨ ਕਰਦੇ ਰਹੇ ਆ ਭਾਰਤ ਦੇ ਖਿਲਾਫ, ਔਰ ਇਹ ਕਹਿੰਦੇ ਆ ਕਿ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ। ਦੱਸਣ ਨਾ ਕਿੱਥੇ ਹੁਣ ਆਏ ਹੋਏ ਆ, ਦਿਖਾ ਜਾਣ ਸਾਨੂੰ ਵੀ ਪਤਾ ਲੱਗ ਜੇ। ਇਹ ਨਨਕਾਣਾ ਸਾਹਿਬ ਦੀ ਗੱਲ ਨਹੀਂ ਕਰਦੇ, ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਇਹਦਾ ਨਾਂ ਬਦਲ ਦਿਆਂਗੇ, ਇਹ ਸਾਰੀ ਯਾਦ ਮਿਟਾ ਦਿਆਂਗੇ ਇੱਥੋਂ, ਔਰ ਘੇਰਾ ਪਾ ਕੇ ਰੱਖਿਆ, ਲੱਖਾਂ ਦੀ ਤਾਦਾਦ 'ਚ ਜਨਤਾ ਨੇ ਉੱਥੇ ਪਾ ਕੇ ਰੱਖਿਆ। ਉਸ ਦੇ ਲਈ ਤਾਂ ਇਹ ਢੇਸੀ ਸਾਹਿਬ ਨੂੰ ਦਿਖਾਈ ਨਹੀਂ ਦਿੰਦਾ, ਉਹਨਾਂ ਨੂੰ ਪਾਕਿਸਤਾਨ ਨਹੀਂ ਦਿਖਾਈ ਦਿੰਦਾ। ਗੁਰਦੁਆਰੇ ਅਗਰ ਸੁਰੱਖਿਅਤ ਨੇ, ਗੁਰਧਾਮ ਅਗਰ ਸੁਰੱਖਿਅਤ ਨੇ, ਸਿੱਖ ਅਗਰ ਸੁਰੱਖਿਅਤ ਨੇ, ਤਾਂ ਉਹ ਹਿੰਦੁਸਤਾਨ ਆ, ਹੋਰ ਕਿਤੇ ਨਹੀਂ ਹੈ।
ਤੁਸੀਂ ਆਪਣੇ ਭਾਈਵਾਲ ਪਾਰਟੀ ਦੀ ਗੱਲ ਕੀਤੀ, 27 ਸਾਲਾਂ ਦਾ ਸਾਥ ਰਿਹਾ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਹੁਣ ਤੁਸੀਂ ਉਹਨਾਂ ਦੇ ਹੀ ਬਾਰੇ ਕਹਿ ਰਹੇ ਹੋ ਕਿ ਉਹਨਾਂ ਨੇ ਲੰਗਰ ਨਹੀਂ GST ਜਿਹੜਾ ਹੋਗਾ ਉਹ ਮੋਦੀ ਸਾਹਿਬ ਨੇ ਖਤਮ ਕੀਤਾ, ਜਾਂ ਫਿਰ ਹੋਰ ਵੀ ਕਈ ਚੀਜ਼ਾਂ ਨੇ। ਇੱਕ ਉਹਨਾਂ ਨੇ ਹੋਰ ਨਵੀਂ ਮੰਗ ਕੀਤੀ ਹੈ, ਕਹਿੰਦੇ ਜੀ ਰਾਜੋਆਣਾ ਜੀ ਦੀ ਜਿਹੜੀ ਹੁਣ ਸਜ਼ਾ ਹੈਗੀ ਉਹਦੀ ਮਾਫੀ ਕਰ ਦਿਓ। ਕਿਵੇਂ ਦੇਖਦੇ ਹੋ? ਸੱਤਾ ਤੋਂ ਬਾਹਰ ਹੁੰਦੇ ਆ ਨਾ, ਉਦੋਂ ਇਹਨਾਂ ਨੂੰ ਮਾਫੀ ਦੀ ਗੱਲਾਂ ਯਾਦ ਆ ਜਾਂਦੀਆਂ, ਹੋਰ ਮੁੱਦੇ ਯਾਦ ਆ ਜਾਂਦੇ ਆ। ਇਸ ਕਰਕੇ ਮੈਂ ਉਹਦੇ ਤੇ ਬਹੁਤ ਜ਼ਿਆਦਾ ਕਮੈਂਟਸ ਨਹੀਂ ਕਰਦਾ। ਮੈਂ ਇਹ ਕਹਿਣਾ ਕਿ ਜਿਹੜੇ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦੇ, ਜਿਹੜੇ ਕਤਲੋਗਾਰ 'ਚ ਵਿਸ਼ਵਾਸ ਰੱਖਦੇ ਆ, ਮੈਂ ਉਹਨਾਂ ਦੇ ਸਖਤ ਖਿਲਾਫ ਹਾਂ। ਔਰ ਦੇਸ਼ ਦੀ ਮੁੱਖ ਧਾਰਾ ਨਾਲ ਜੁੜ ਕੇ ਰਹਿਣ ਔਰ ਉਹਦਾ ਸਤਿਕਾਰ ਕਰਨ, ਭਾਰਤ ਦੇ ਸੰਵਿਧਾਨ ਦਾ ਸਤਿਕਾਰ ਕਰਨ। ਉਹਨਾਂ ਦੇ ਲਈ ਤਾਂ ਗੱਲ ਕੀਤੀ ਜਾ ਸਕਦੀ ਹੈ, ਦੂਸਰੇ ਲੋਕਾਂ ਲਈ ਕੋਈ ਗੱਲ ਨਹੀਂ ਕੀਤੀ ਜਾ ਸਕਦੀ। ਨਾ ਅਸੀਂ ਉਹਦੇ ਹਾਮੀ ਹਾਂ ਔਰ ਨਾ ਹੀ ਉਹ ਸੱਚਾ ਹਿੰਦੁਸਤਾਨੀ ਹੋ ਸਕਦਾ, ਨਾ ਹੀ ਉਹ ਸੱਚਾ ਪੰਜਾਬੀ ਹੋ ਸਕਦਾ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰੇ। ਇਹ ਗੱਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁਬਾਰਕ ਨੇ, ਤੇ ਮੈਂ ਇਹਨਾਂ ਦੀ ਪ੍ਰਸ਼ੰਸਾ ਵੀ ਨਹੀਂ ਕਰਦਾ ਔਰ ਨਿੰਦਾ ਵੀ ਨਹੀਂ ਕਰਦਾ। ਇਹ ਸਰਕਾਰ ਦਾ ਦੇਖਣਾ ਕੰਮ ਆ, ਉਹ ਦੇਖਣਗੇ। ਇਹ ਸਨ ਸਾਡੇ ਨਾਲ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਮਾਨ ਸਰਕਾਰ ਦੇ ਨਾਲ ਯੂਕੇ ਤੋਂ ਜਿਹੜੇ MP ਆਏ ਨੇ ਤਰਨਮਨਜੀਤ ਸਿੰਘ ਢੇਸੀ ਦੇ ਨਾਲ ਵੀ ਕਈ ਜਿਹੜੀਆਂ ਮੁਲਾਕਾਤਾਂ ਹੋਈਆਂ ਨੇ, ਉਹਨਾਂ ਬਾਰੇ ਜੋ ਵੀ ਗੱਲਬਾਤਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ TV ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ ਪੌਲ ਦੀ ਰਿਪੋर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94647, 84 374 94648। बाबा फतेह खान, पंजाब दे नंबर 1 तांत्रिक, बंगाल तो सिद्धि प्राप्त, पक्का कम पक्का हल, 101% गारंटी, अस्टाम पेपर समेत। सब तो पहला कम करन दा वादा, नौकरी प्रमोशन, कारोबार च परेशानी, घर च झगड़ा, बरकत, औलाद कहने तो बाहर होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनपन, जादू टोना, लव मैरिज, मोहनी वशीकरण करवाना जा तुड़वाना, सौतन दुश्मन तो छुटकारा सदा लई, रुस्से नूं मनाउणा प्यार मोहब्बत। संपर्क करो बाबा फतेह खान 99 586 35 478।